ਜਿਵੇਂ ਸਾਡੀ ਭਤੀਜੀ ਨੂੰ ਤੇ ਭਤੀਜੇ ਨੂੰ ਕਤਲ ਕੀਤਾ ਨਾ ਇਹਨੇ, ਤੇ ਇੰਜ ਹੀ ਇਹਨੂੰ ਕਤਲ ਕੀਤਾ ਜਾਵੇ ਚੌਂਕ ਦੇ ਵਿੱਚ। ਕਹਿੰਦੇ ਨੇਫਿਆਂ ਦੇ ਵਿੱਚ ਪਿਸਟਲ ਚੱਲ ਜਾਂਦਾ। ਸਾਡੀ ਤਾਂ ਕੁੜੀ ਨੂੰ ਰਾਸਾ ਕਰਦਾ ਸੀ, ਤੰਗ ਕਰਦਾ ਪਿਆ ਸੀ। ਦੂਰ ਦੂਰ ਤੱਕ ਸਾਡਾ ਰਿਸ਼ਤੇਦਾਰ ਨਹੀਂ ਹੈ। ਇਹ ਲੋਕੀ ਵਿਊ ਲੈਣ ਆਸੇ ਨਾ ਤੇ ਭਾਂਜੀ ਫੇਕ ਖਬਰਾਂ ਚਲਾ ਛੱਡੀਆਂ। ਪਹਿਲਾਂ ਕੱਲੀ ਜਾਂਦੀ ਸੀ, ਉਹਨੂੰ ਰਾਸਾ ਕਰਦਾ ਸੀ, ਉਹਨੇ ਘਰ ਆ ਕੇ ਦੱਸਿਆ। ਡਾਕੂ ਦੇ ਵਾਲਿदैन ਨੇ ਤੁਹਾਨੂੰ ਤਸੱਲੀ ਦਿੱਤੀ? ਹਾਂਜੀ, ਉਸ ਡਾਕੂ ਦੇ ਪਿਓ ਨੇ ਤਸੱਲੀ ਦਿੱਤੀ, ਮਾਂ ਨੇ ਵੀ ਤਸੱਲੀ ਦਿੱਤੀ ਕਿ ਫੈਰ ਮਾਰ ਛੜਿਆ ਇੱਥੇ। ਮੋਟਰਸਾਈਕਲ ਥੱਲੇ ਡਿੱਗੀ, ਫਿਰ ਮੇਰੀ ਭਤੀਜੀ ਨੂੰ ਵੀ ਫੈਰ मार। डाकू के नाम तो मशहूर है, रकाटिया आफ्ताब मुर्जम है। अस्सलाम वालेकुम नाज़रीन, मैं हूँ एडी मलक। गुजरांवाला से 15 साला ईमान जो अपने भाई के साथ स्कूल से घर वापस आ रही थी कि उसी के मोहल्ले का उबाश नौजवान जो उस बच्ची को काफ़ी अरसे से हरासा कर रहा था और फिर उसने थड़ा लगाकर जब वो गली में जैसे ही दाखिल होता है, जो भाई अपनी बहन को लेकर आ रहा था, तो ये शख्स उन दोनों बहन भाइयों पर जो है वो गोलियां चलाना शुरू कर देता है और जिसके नतीजे में 15 साला ईमान मौके पर दम तोड़ जाती है और उसका भाई जो अब्दुर्रहमान है वो इस वक्त वेंटिलेटर पर हॉस्पिटल में ज़िंदगी और मौत की जंग लड़ रहा है। ये वाक़या जो सोशल मीडिया पर इस तरह की ख़बर को अजीबो गरीब किस्म का रंग देकर वायरल किया गया कि सगे खालू ने रिश्ते के तनाज़े पर अपने भांजे और भांजी को कत्ल कर दिया गया। इस खबर के पीछे असल हकीकत क्या है और जो लोग बग़ैर तस्दीक किए इस तरह की ख़बरों को सोशल मीडिया पर चंद लाइक्स लेने के लिए वायरल कर देते हैं, खुदारा उनको भी सोचना होगा कि ऐसे मज़लूम ख़ानदान पर क्या क़यामत गुज़र रही होगी कि एक तो उनका जानी नुकसान चला गया और दूसरा जो आप लोगों की वजह से जो उनकी इज़्ज़त को उछाला जा रहा है जिसका उसमें कहीं कोई किरदार नहीं है। तो खुदारा इस तरह की ख़बर को वायरल करने से पहले लवाहिकीन से ज़रूर तस्दीक कर लीजिएगा। और इसी खबर की तस्दीक के लिए मुझे एक बार फिर लाहौर से गुजरांवाला आना पड़ा। जानते हैं कि ये वाक़या किस तरह से हुआ और ये जो मुलज़म है जिसने थड़ा लगाकर दोनों बहन भाइयों को गोलियों का निशाना बनाया, इसका इनके साथ क्या तनाज़ा था। भाईजान क्या नाम है आपका? मोहम्मद इरफान। इरफान भाई, ये बड़ा अफसोसनाक वाक़या हुआ और सरेआम आपकी भतीजे और भतीजी को जो है वो गोलियों का निशाना बना दिया गया। ये मुलज़म कौन है और क्या रिश्ता है इसके साथ आपका? साडा ਉਹਦੇ ਨਾਲ ਕੋਈ ਰਿਸ਼ਤਾ ਨਹੀਂ ਹੈ, ਕੋਈ ਵਾਸਤਾ नहीं। साडा ਮਹੱਲੇਦਾਰ है, 5-7 ਗਲੀਆਂ ਅੱਗੇ ਰਹਿੰਦਾ ਵੇ। ठीक है। ਕੀ ਨਾਮ ਹੈ ਮੁਲਜ਼ਮ ਦਾ? हसन डाकू। हसन डाकू? हसन डाकू ਦੇ ਨਾਂ ਤੋਂ ਮਸ਼ਹੂਰ ਹੈ। ਰਕਾਟਿਆ आफ्ताब मुर्जम है। ਯਾਨੀ ਕਿ ਡਕੈਤੀਆਂ ਮਾਰਦਾ ਹੈਗਾ? ਮਾਰਦਾ ਹੈ, ਰਿਕਾਰਡ ਹੈ ਉਹਦਾ 2018 ਦਾ ਵੀ 17 ਦਾ ਵੀ। ਲੇਕਿਨ ਇਹ ਕਿਸ ਤਰ੍ਹਾਂ ਪੁਲਿਸ ਦੀ ਨਿਗਾਹਾਂ ਤੋਂ ਓਝਲ ਹੋ ਗਿਆ ਤੇ ਪਤਾ ਹੀ ਨਹੀਂ ਚੱਲ ਸਕਿਆ ਵੀ ਮੁਲਜ਼ਮ ਇਸ ਤਰ੍ਹਾਂ ਦੇ ਇਸ ਇਲਾਕੇ ਦੇ ਵਿੱਚ ਦੰਦਨਾਉਂਦਾ ਫਿਰਦਾ ਹੈ? ਹੁਣ ਪਤਾ ਨਹੀਂ ਕਿਸ ਵਜ੍ਹਾ ਤੋਂ ਹੋ ਗਿਆ। ਅਸੀਂ ਤਾਂ ਸ਼ਰੀਫ ਬੰਦੇ ਆ। ਠੀਕ ਹੈ, ਭਰਾ ਮੇਰਾ ਵੀ ਸ਼ਰੀਫ ਆਦਮੀ ਹੈ। ਠੀਕ ਹੈ, ਉਂਝ ਇਹਨੂੰ ਜਾਣਦੇ ਨੇ, ਹਸਨ ਡਾਕੂ ਦੇ ਨਾਂ ਤੋਂ ਮਸ਼ਹੂਰ ਹੈ। ਹਰ ਬੱਚਾ, ਹਰ ਮਹੱਲੇ ਦਾ ਬੰਦਾ ਹਸਨ ਡਾਕੂ ਦੇ ਨਾਂ ਤੋਂ ਇਹਨੂੰ ਜਾਣਦਾ। ਇਹ ਜਿਹੜਾ ਵਾਕਿਆ ਅਫਸੋਸਨਾਕ ਹੋਇਆ ਜਿਹਦੇ 'ਚ ਤੁਹਾਡੀ ਭਤੀਜੀ ਜਾਂ ਬਹਕ ਹੋ ਗਈ, ਬੱਚਾ ਤੁਹਾਡਾ ਜਿਹੜਾ ਅਜੇ ਹਸਪੀਟਲ ਦੇ ਵਿੱਚ ਐਡਮਿਟ ਹੈਗਾ, ਉਸ ਦਿਨ ਕੀ ਹੋਇਆ ਸੀ ਤੇ ਕਿੱਥੇ ਹੋਇਆ ਸੀ ਵਕੂਆ? ਉਹ ਨਾ ਸਕੂਲੋਂ ਲੈ ਕੇ ਆ ਰਿਹਾ ਸੀ ਮੇਰਾ ਭਤੀਜਾ। ਬੱਚੀ ਸਕੂਲ ਪੜ੍ਹਦੀ ਸੀ? ਹਾਂਜੀ, ਸਕੂਲ ਪੜ੍ਹਦੀ, 9ਵੀਂ ਕਲਾਸ ਦੀ ਸਟੂਡੈਂਟ ਸੀ। ਭਤੀਜਾ ਮੇਰਾ ਵੀ ਸਟੂਡੈਂਟ ਸੀ। ਹੁਣ ਛੱਡਿਆ, ਬਾਪ ਦਾ ਸਹਾਰਾ ਬਣਨ ਲੱਗੇ। ਪਿਓ ਬਿਮਾਰ ਰਹਿੰਦਾ ਵੇ, ਇਸ ਲਈ ਤੁਸੀਂ ਮੁਦਈ ਬਣੇ ਆ? ਹਾਂਜੀ, ਇਸ ਵਾਸਤੇ ਮੈਂ ਮਦਈ ਬਣਿਆ। ਸਿਰਫ ਪਿਓ ਬਿਮਾਰ ਹੈ। ਠੀਕ ਹੈ। ਇਹ ਜਿਹੜਾ ਵਾਕਿਆ ਹੋਇਆ ਸੀ ਇਹ ਕਿਸ ਜਗ੍ਹਾ ਤੇ, ਸਕੂਲ ਦੇ ਬਾਹਰ ਹੋਇਆ, ਗਲੀ ਦੇ, ਘਰ ਦੇ ਬਾਹਰ, ਕਿੱਥੇ ਹੋਇਆ ਸੀ? ਸਕੂਲ ਤੋਂ ਚੰਦ ਕਦਮਾਂ ਦਾ ਥੋੜਾ ਜਿਹਾ ਸਫ਼ਰ ਹੈ। ਠੀਕ ਹੈ। ਕੁੜੀ ਪਹਿਲਾਂ ਕੱਲੀ ਜਾਂਦੀ ਸੀ, ਉਹਨੂੰ ਰਾਸਾ ਕਰਦਾ ਸੀ, ਉਹਨੇ ਘਰ ਆ ਕੇ ਦੱਸਿਆ, ਭਤੀਜੇ ਮੇਰੇ ਨੂੰ ਦੱਸਿਆ, ਭਤੀਜੇ ਮੇਰੇ ਨੇ ਬਾਜ ਕੀਤਾ। ਠੀਕ ਹੈ। ਉਸ ਤੋਂ ਬਾਅਦ ਉਹਦੇ ਮਾਪਿਓ ਨੂੰ ਲਾਂਭਾ ਦਿੱਤਾ, ਮਾਪਿਓ ਨੇ ਕਸਮਾਂ ਕੁਰਾਨਾਂ ਦੇ ਕੇ ਗਏ ਨੇ। ਠੀਕ ਹੈ। ਤੇ ਮੁਲਜ਼ਮ ਜਿਹੜਾ ਹਸਨ ਡਾਕੂ ਹੈਗਾ ਤੁਹਾਡੇ ਹੀ ਇਸੇ ਮੁਹੱਲੇ ਦਾ ਹੈਗਾ? ਹਾਂਜੀ, ਸਾਡੇ ਮੁਹੱਲੇ ਦਾ, ਥੋੜਾ ਜਿਹਾ ਅੱਗੇ ਰਹਿੰਦਾ, 4-5 ਗਲੀਆਂ ਅੱਗੇ ਰਹਿੰਦਾ। ਜਦੋਂ ਬੱਚੀ ਨੇ ਆਪਣੇ ਘਰ ਦੱਸਿਆ ਕਿ ਮੈਨੂੰ ਫਲਾਂ ਸ਼ਖਸ ਜਿਹੜਾ ਹੈਗਾ ਨਾ ਹਰਾਸਾਂ ਕਰਦਾ ਹੈ, ਆਂਦੇ ਜਾਂਦੇ ਤੰਗ ਕਰਦਾ ਹੈ, ਤੇ ਕੰਪਲੇਨ ਕੀਤੀ, ਲਾਮਾ ਦਿੱਤਾ ਉਹਨਾਂ ਦੇ ਘਰ? ਹਾਂਜੀ, ਲਾਂਭਾ ਦਿੱਤਾ ਸਰਕਾਰ। ਉਹਨਾਂ ਦੇ ਘਰ ਦੇ ਆਏ ਨੇ, ਕਸਮਾਂ ਦਿੱਤੀਆਂ ਨੇ, ਗੱਲਾਂ ਬਾਤਾਂ ਕੀਤੀਆਂ ਨੇ ਵੀ ਅੱਜ ਤੋਂ ਬਾਅਦ ਇਹ ਸਾਡਾ ਹਸਨ ਡਾਕੂ ਨਹੀਂ ਤੁਹਾਨੂੰ ਤੰਗ ਕਰੇਗਾ। ਉਸ ਡਾਕੂ ਦੇ ਵਾਲਿदैन ਨੇ ਤੁਹਾਨੂੰ ਤਸੱਲੀ ਦਿੱਤੀ? ਹਾਂਜੀ, ਉਸ ਡਾਕੂ ਦੇ ਪਿਓ ਨੇ ਤਸੱਲੀ ਦਿੱਤੀ, ਮਾਂ ਨੇ ਵੀ ਤਸੱਲੀ ਦਿੱਤੀ। ਲੇਕਿਨ ਉਹਦੇ ਬਾਵਜੂਦ ਉਹਨੇ ਬੱਚੀ ਨੂੰ ਕਤਲ ਹੀ ਕਰ ਉਸ ਦਿੱਤਾ? ਤੋਂ ਬਾਅਦ ਕਤਲ ਕਰ ਛੱਡਿਆ ਉਹਨੇ। ਉਸ ਤੋਂ ਪਤਾ ਬਾਅਦ ਲੱਗ ਗਿਆ ਸੀ ਕਿ ਮੇਰੀ ਘਰ ਕੰਪਲੇਨ ਕੀਤੀ ਹੈ? ਹਾਂਜੀ, ਕੰਪਲੇਨ ਕੀਤੀ, ਲੱਗ ਗਿਆ ਸੀ ਉਹਨੂੰ ਪਤਾ। ਫਿਰ ਉਹਨੇ ਤੜੀ ਲਾਈ ਹੈ। ਕੜੀ ਕਿਹਨੂੰ ਲਗਾਈ ਸੀ? ਇੱਕ ਮੇਰੇ ਭਤੀਜੇ ਨੂੰ ਹੀ।
ਰਹਿਮਾਨ ਨੂੰ ਧਮਕੀ ਲਗਾਈ? ਹਾਂਜੀ ਧਮਕੀ ਲਾਈ ਸੀ ਉਹਨੂੰ ਧਮਕੀ ਲਗਾਈ ਸੀ? ਤੇ ਤੈਨੂੰ ਕਤਲ ਕਰ ਦਾਂਗਾ, ਤੇਰੀ ਮਾਂ ਨੂੰ ਵੀ ਕਤਲ ਕਰ ਦਾਂਗਾ, ਤੇਰੇ ਪਿਓ ਨੂੰ ਵੀ ਤੈਨੂੰ ਵੀ ਕਤਲ ਕਰ ਦਾਂਗਾ। ਜਦੋਂ ਇਹ ਧਮਕੀ ਲਗਾਈ ਸੀ ਤੇ ਅਬਦੁਰ ਰਹਿਮਾਨ ਨੇ ਤੁਹਾਨੂੰ ਜਾਂ ਆਪਣੇ ਘਰ ਕਿਸੇ ਨੂੰ ਨਹੀਂ ਦੱਸਿਆ ਸੀ? ਨਹੀਂ ਕਿ ਆਹ ਗੱਲ ਨਹੀਂ ਸੀ ਦੱਸੀ ਆ। ਇਹ ਧਮਕੀ ਲਗਾਉਣ ਤੋਂ ਕਿੰਨੇ ਦਿਨਾਂ ਬਾਅਦ ਇਹ ਹਮਲਾ ਕੀਤਾ ਜੇ ਫਿਰ ਉਹਨੇ? ਇਹ ਦੋ ਤਿੰਨ ਦਿਨਾਂ ਦੀ ਗੱਲ ਹੈ, 4 ਦਿਨਾਂ ਦੀ, 2 ਜਾਂ 3 ਦਿਨਾਂ ਦੀ। ਇਹ ਵਾਕਿਆ ਤੋਂ ਪਹਿਲੇ 2-3 ਦਿਨ ਪਹਿਲੇ ਧਮਕੀ ਲਗਾਈ ਸੀ? ਹਾਂਜੀ 2-3 ਦਿਨ ਪਹਿਲਾਂ ਧਮਕੀ ਲਾਈ ਸੀ। ਤੇ ਜਦੋਂ ਇਹ ਵਾਕਿਆ ਹੋਇਆ ਤੇ ਉਸ ਟਾਈਮ ਤੇ ਜਿਹੜਾ ਇਹ ਮੁਲਜ਼ਮ ਸੀ ਇਹ ਗਲੀ ਦੇ ਵਿੱਚ ਖੜਾ ਸੀ? ਇਹ ਥੜਾ ਮਾਰ ਕੇ ਬੈਠਾ ਹੋਇਆ ਸੀ, ਠੀਕ ਹੈ। ਇਹ ਸਕੂਲੋਂ ਲੈ ਕੇ ਆਇਆ ਵੇ, ਯੂੰ ਹੀ ਜਦੋਂ ਅੱਗੇ ਆਏ ਨੇ ਇਹਨੇ ਮੇਰੇ ਭਤੀਜੇ ਨੂੰ ਉਠਾ ਇੱਥੇ ਫੈਰ ਮਾਰਿਆ। ਦਿਨ ਦਾ ਟਾਈਮ ਸੀ ਕਿ ਰਾਤ ਦਾ ਟਾਈਮ? ਟਾਈਮ ਛੁੱਟੀ ਹੋਈ ਸੀ ਸਕੂਲੋਂ ਆਏ ਸੀ। ਅੱਛਾ, ਸਕੂਲ ਤੋਂ ਦੁਪਹਿਰ ਦੇ ਟਾਈਮ ਤੇ ਬੱਚੀ ਆਈ? ਹਾਂਜੀ ਬੈਗ ਵੀ ਨਾਲ ਸੀ, ਗੱਲ ਸਕੂਲੋਂ ਲੈ ਕੇ ਆਇਆ ਸੀ ਭਤੀਜਾ ਮੇਰਾ। ਰੋਕ ਕੇ ਇਹਨੇ ਗੋਲੀ ਮਾਰੀ ਜੀ? ਕਿ ਗੋਲੀ ਮਾਰੀ, ਉੱਥੇ ਜੰਪ ਸੀ, ਅੱਛਾ। ਜੰਪ ਸੀ, ਉਹਨੂੰ ਪਤਾ ਇੱਥੇ ਮੋਟਰਸਾਈਕਲ ਆਰਾਮ ਨਾਲ ਆਉਣੀ, ਉੱਥੇ ਰੁਕਿਆ ਤੇ ਉੱਥੇ ਉਹਨੇ ਅੱਗੇ ਆ ਕੇ ਫੈਰ ਮਾਰ ਛੜਿਆ ਇੱਥੇ, ਪਰ ਮੋਟਰਸਾਈਕਲ ਥੱਲੇ ਡਿੱਗੀ, ਫਿਰ ਮੇਰੀ ਭਤੀਜੀ ਨੂੰ ਵੀ ਫੈਰ ਮਾਰਤਾ। ਅਸੀਂ ਕੁਝ ਵੀਡੀਓਜ਼ ਵੀ ਦੇਖੀਆਂ ਨੇ ਜਿਹੜੀਆਂ ਤੁਸੀਂ ਸਾਨੂੰ ਦਿੱਤੀਆਂ ਨੇ, ਜਿਹੜੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਮੁਲਜ਼ਮ ਫਾਇਰ ਮਾਰ ਕੇ ਨੱਸਦਾ ਪਿਆ ਸੀ। ਇਹ ਉਹੀ ਮੁਲਜ਼ਮ ਹੈਗਾ ਜੀ? ਹਾਂਜੀ ਉਹੀ ਮੁਲਜ਼ਮ ਹੈ। ਸਾਨੂੰ ਸੀਸੀਟੀਵੀ ਤੋਂ ਪਤਾ ਉਹ ਜਿਹੜੀਆਂ ਵੇਖੇ ਨੇ ਉਹਦੇ ਤੋਂ ਪਤਾ ਚੱਲਿਆ ਇਹ ਤਾਂ ਹਸਨ ਡਾਕੂ। ਯਾਨੀ ਕਿ ਸੀਸੀਟੀਵੀ ਕੈਮਰੇ ਤੋਂ ਤੁਸੀਂ ਪਹਿਚਾਨਿਆ ਕਿ ਇਹ ਮੁਲਜ਼ਮ ਕੌਣ ਹੈਗਾ? ਇਹ ਹਸਨ ਡਾਕੂ ਹੀ ਹੈ। ਇਤਲਾਹ ਤੁਹਾਨੂੰ ਕਿਵੇਂ ਮਿਲੀ ਸੀ ਕਿ ਤੁਹਾਡੇ ਬੱਚਿਆਂ ਤੇ ਹਮਲਾ ਹੋ ਗਿਆ? ਆ ਰਿਹਾ ਸੀ, ਪਿੱਛੇ ਹੀ ਆ ਰਿਹਾ ਸੀ, ਮੈਂ ਵੇਖ ਲਿਆ ਸੀ। ਮੇਰੇ ਭਰਾ ਨੂੰ ਉਹਨੇ ਦਿੱਤੀ ਇਤਲਾਹ, ਮਹੱਲੇ ਦੇ ਬੰਦਿਆਂ ਨੇ ਜਾ ਕੇ। ਬੱਚੇ ਦੇ ਵਾਲਿਦ ਨੂੰ ਇਤਲਾਹ ਦਿੱਤੀ? ਹਾਂਜੀ ਉਹ ਵੀ ਬੱਚੀ ਤੇ ਹਮਲਾ ਹੋ ਗਿਆ? ਹਾਂਜੀ। ਤੇ ਜਦੋਂ ਤੁਸੀਂ ਜਾ ਕੇ ਦੇਖਿਆ ਤੇ ਉੱਥੇ ਦੋਵੇਂ ਜਿਹੜੇ ਹੈਗੇ ਨਾ ਉਹ ਭੈਣ ਭਰਾ ਦੋਵੇਂ ਮੇਰੀ ਭਤੀਜੀ ਮੌਕੇ ਤੇ ਡੈਥ ਹੋ ਗਈ ਸੀ। ਭਤੀਜੇ ਦੇ ਮਾੜੇ ਸਾਹ ਚੱਲਦੇ ਨੇ, ਅੱਜ ਵੀ ਉਹ ਵੈਂਟੀਲੇਟਰ ਤੇ ਲੱਗਾ ਹੋਇਆ। ਉਹ ਹੀ ਸਾਹ ਨੇ 3% ਕਹਿੰਦੇ ਡਾਕਟਰ ਕਹਿੰਦੇ ਬਚੇਗਾ। ਕਿੰਨੇ ਫਾਇਰ ਵੱਜੇ ਸੀ ਦੋਵਾਂ ਬੱਚਿਆਂ ਨੂੰ? ਇੱਕ ਫੈਰ ਮਾਰਿਆ, ਬਾਦੋਂ ਅੰਧਾਧੁਨ ਫੈਰਿੰਗ ਕਰਕੇ ਨੱਸ ਗਿਆ। ਕਿਸੇ ਨੇ ਫੜਨ ਦੀ ਕੋਈ ਕੋਸ਼ਿਸ਼ ਨਹੀਂ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਕੀ ਵਜ੍ਹਾ ਸੀ ਉਹ ਕਿ ਲੋਕਾਂ ਨੂੰ ਡਰਾ ਦਿੱਤਾ ਸੀ? ਡਰਾਇਆ ਸੀ ਉਹਨੇ, ਉਹਦਾ ਖੌਫ ਹੀ ਬੜਾ ਸੀ। ਅੱਛਾ ਇਰਫਾਨ ਸਾਹਿਬ, ਅਸੀਂ ਤੇ ਕੁਝ ਅਰਸੇ ਤੋਂ ਦੇਖ ਰਹੇ ਹਾਂ ਜਦੋਂ ਦੀ ਸੀਸੀਡੀ ਅਥਾਰਟੀ ਨਵੀਂ ਬਣਾਈ ਗਈ ਹੈ, ਉਹਨਾਂ ਜਿਹੜੇ ਇਹੋ ਜਿਹੇ ਉਬਾਸ਼ਾਂ ਦਾ ਅੰਜਾਮ ਕੀਤਾ ਹੈ, ਉਸ ਤੋਂ ਬਾਅਦ ਤੇ ਸਾਡੀਆਂ ਬੱਚੀਆਂ ਬੜੀਆਂ ਮਹਿਫੂਜ਼ ਜਾਂਦੀਆਂ ਨੇ ਸਕੂਲ ਔਰ ਕਾਲਜ, ਲੇਕਿਨ ਇਹ ਵਾਕਿਆ ਕਿਵੇਂ ਤੁਹਾਡੇ ਇਲਾਕੇ ਦੇ ਵਿੱਚ ਹੋ ਗਿਆ? ਇਹ ਗੱਲ ਝੂਠ ਹੈ। ਅਸੀਂ ਤਾਂ ਮੰਨਾਂਗੇ ਤਾਂ ਸੀਸੀਡੀ ਸਾਡਾ ਕੋਈ ਕੰਮ, ਜਫਰ ਸੇਲ ਚੱਠਾ ਸਾਹਿਬ ਸਾਡਾ ਕੋਈ ਕੰਮ ਕਰਨਗੇ, ਆਰਮੀ ਚੀਫ ਕਰੇਗਾ, ਮਰੀਆ ਨਵਾਜ਼ ਕਰੇਗੀ, ਸ਼ੁਭਾਸ਼ ਨਹੀਂ ਕਰੇਗਾ, ਫਿਰ ਮਨ ਸਾਡੇ ਨਾਲ ਤਾਂ ਸਾਡੀ ਕੁੜੀ ਨੂੰ ਤੰਗ ਕਰਦੇ ਲੋਕਾਂ ਦੇ ਨੇਫਿਆਂ ਦੇ ਵਿੱਚ ਪਿਸਟਲ ਚੱਲ ਜਾਂਦਾ। ਸਾਡੀ ਤਾਂ ਕੁੜੀ ਨੂੰ ਰਾਸਾ ਕਰਦੇ ਤੰਗ ਕਰਦਾ ਪਿਆ ਸੀ, ਤੇ ਸਾਡਾ ਹਲੇ ਤੱਕ ਹੁਣ ਤੇ ਤੁਹਾਡੀ ਬੱਚੀ ਨੂੰ ਮਾਰ ਹੀ ਦਿੱਤਾ ਹੈ? ਜਾਨੋਂ ਮਾਰ ਛੱਡਿਆ ਵੇ। ਬੱਚਾ ਵੀ ਕਸ਼ਮ ਉਹਦੀ ਜ਼ਿੰਦਗੀ ਦੇ ਵਿੱਚ। ਡਾਕਟਰ ਕੀ ਦੱਸਦੇ ਨੇ ਕਿ ਅਬਦੁਰ ਰਹਿਮਾਨ ਦੀ ਕੰਡੀਸ਼ਨ ਕਿਸ ਦੀ ਗਈ? ਕਹਿੰਦੇ ਇਹ ਨਹੀਂ ਬਚਣਾ ਹੈ, 3% ਚਾਂਸ ਨੇ। ਵੈਂਟੀਲੇਟਰ ਤੇ ਲੱਗਿਆ? ਹਾਂਜੀ ਵੈਂਟੀਲੇਟਰ ਤੇ ਲੱਗਾ। ਤੇ ਉਹਦੇ ਮਾਂ-ਬਾਪ ਦੀ ਕੀ ਹਾਲਤ ਹੋਏਗੀ? ਮਾਂ ਪਿਓ ਹਸਪਤਾਲ ਚਲੇ ਗਏ ਸੀ, ਇਹਨਾਂ ਨੂੰ ਵੀ ਲਿਆਂਦਾ, ਫਿਰ ਰਾਤੀ ਵੀ ਚਲੇ ਗਏ ਸੀ। ਉਹਨਾਂ ਨੂੰ ਹੋਸ਼ ਹੀ ਨਹੀਂ ਆਉਂਦੀ ਆ, ਜਿਹਦੀ ਵਜ੍ਹਾ ਤੋਂ ਮੈਨੂੰ ਮਦਈ ਬਣਨਾ ਪਿਆ। ਪਿਓ ਕੁੜੀਆਂ ਵਰਗਾ ਸ਼ਰੀਫ ਆਦਮੀ, ਘਰੋਂ ਬਾਹਰ ਨਹੀਂ ਨਿਕਲਦਾ ਹੈ, ਅੱਡਾ ਸ਼ਰੀਫ ਆਦਮੀ। ਇਹ ਜਿਹੜੇ ਮੁਲਜ਼ਮਾਨ ਹੈਗੇ ਨੇ ਇਹ ਕੋਈ ਬਾਸਰ ਨੇ? ਹਾਂਜੀ ਡਾਕੂ ਨੇ। ਇਹਨਾਂ ਤੁਹਾਨੂੰ ਪਤਾ ਡਾਕੂਆਂ ਦਾ ਪਿਓ ਵੀ ਰਸਾਗੀਰ ਹੀ ਉਹਦਾ, ਡਾਕੂ ਦਾ ਕੀ ਨਾਮ ਹੈ ਉਹਦਾ ਦਰੀਸ। ਅੱਛਾ, ਇਹ ਵੀ ਆਪਣੇ ਪੁੱਤਰ ਨੂੰ ਪੂਰਾ ਸਪੋਰਟ ਕਰਦਾ ਕਿ ਡਕੈਤੀਆਂ ਮਾਰ? ਅੱਜ ਪਿਓ ਸਪੋਰਟ ਕਰਦਾ, ਇਲਾਕੇ ਤੇ ਕਹਿਣਗੇ ਪਿਓ ਸਪੋਰਟ ਕਰਦਾ, ਦੱਸਣਗੇ ਬਈ ਇਲਾਕੇ ਦੇ ਇਹਦਾ ਪਿਓ ਸਪੋਰਟ ਕਰਦਾ ਉਹਦੀ। ਤੇ ਰਹਿਮਾਨ ਭਾਈ, ਇਹ ਜਿਹੜੀ ਖਬਰ ਤੁਹਾਡੇ ਇਲਾਕੇ ਦੇ ਵਿੱਚੋਂ ਹੀ ਤੁਹਾਡੀ ਬੱਚੀ ਦੀ ਤਸਵੀਰ, ਬੱਚੇ ਦੀ ਤਸਵੀਰ ਜਿਹੜੀ ਜਾਰੀ ਕੀਤੀ ਗਈ ਕਿ ਜੀ ਸਗੇ ਖਾਲੂ ਨੇ ਰਿਸ਼ਤੇ ਦੇ ਤਨਾਜ਼ੇ ਦੇ ਵਿੱਚ ਭਾਂਜੀ ਨੂੰ ਤੇ ਭਾਂਜੇ ਨੂੰ ਮਾਰ ਦਿੱਤਾ, ਇਹ ਕਿੰਨੇ ਖਬਰ ਵਾਇਰਲ ਕਰਵਾਈ? ਜਦੋਂ ਹਸਨ ਡਾਕੂ ਦਾ ਵਿਆਹ ਹੋਇਆ ਠੀਕ ਹੈ, ਉਹਨੇ ਸਾਡੇ ਨਾਲ ਰਿਸ਼ਤਾ ਕਿਉਂ ਭੇਜਣਾ ਸੀ? ਇਹ ਤਾਂ ਗੱਲ ਛੇੜਨ ਦੀ ਗੱਲ ਹੋਈ ਹੈ। ਛੇੜਦਾ ਹੀ ਸਾਡਾ ਕੋਈ ਰਿਸ਼ਤੇਦਾਰ ਹੈ ਨਹੀਂ, ਦੂਰ ਤੱਕ ਸਾਡਾ ਰਿਸ਼ਤੇਦਾਰ ਨਹੀਂ ਹੈ। ਇਹ ਲੋਕੀ ਵਿਊ ਲੈਣ ਆਸੇ ਨਾ ਤੇ ਭਾਂਜੀ ਫੇਕ ਖਬਰਾਂ ਚਲਾ ਛੱਡੀਆਂ। ਲੇਕਿਨ ਖਬਰ ਤੇ ਤੁਹਾਡੇ ਹੀ ਇਲਾਕੇ ਦੇ ਵਿੱਚੋਂ ਜਾਰੀ ਹੋਈ ਹੈ ਨਾ, ਤੁਹਾਡੇ ਹੀ ਕਿਸੇ ਮੁਹੱਲੇਦਾਰ ਨੇ ਤੁਹਾਡੀ ਬੱਚੀ ਦੀਆਂ ਤਸਵੀਰਾਂ ਦਿੱਤੀਆਂ। ਮੈਂ ਕਹਿੰਦਾ ਉਹਨਾਂ ਮੁਖਾਲਫਾਂ ਨੇ ਕਰਾਤੇ ਦੀ ਹੋਣੀ ਹੈ। ਇਹ ਵੀ ਡਾਕੂ ਦੇ ਹੀ ਘਰ ਵਾਲਿਆਂ ਨੇ ਕਰਵਾਇਆ? ਇਹ ਡਾਕੂ ਦੇ ਘਰ ਵਾਲਿਆਂ ਨੇ ਕਰਾਇਆ। ਯਾਨੀ ਕਿ ਇਹਦੇ 'ਚ ਕੋਈ ਸਦਾਕਤ ਦੀ ਨਾ ਤੁਹਾਡੀ ਰਿਸ਼ਤੇਦਾਰੀ ਹੈ, ਨਾ ਉਹ ਤੁਹਾਡੀ ਬਰਾਦਰੀ ਹੈ, ਨਾ ਕੋਈ ਕਿਸਮ ਦਾ ਕੋਈ ਤਾਲੁਕ? ਇੱਕ ਮੋਹ ਹੈ, ਉਹ ਵੇ ਮੁਗਲ, ਸਾਡਾ ਕੋਈ ਤਲਕ ਹੀ ਨਹੀਂ ਹੈ ਉਹਦੇ ਨਾਲ। ਹੁਣ ਤੁਸੀਂ ਕੀ ਚਾਹੁੰਦੇ ਹੋ? ਤੁਹਾਡੀ ਬੱਚੀ ਵਾਪਸ ਨਹੀਂ ਆ ਸਕਦੀ, ਦੁਆ ਹੈ ਕਿ ਤੁਹਾਡਾ ਬੱਚਾ ਅੱਲਾਹ ਤਾਲਾ ਨੂੰ ਸਿਹਤ ਦੇ ਦੇਵੇ। ਕਿਵੇਂ ਇਨਸਾਫ ਲਵੋਗੇ? ਅਦਾਲਤਾਂ ਦੇ ਵਿੱਚ ਤੁਹਾਨੂੰ ਯਕੀਨ ਹੈ ਕਿ ਇਨਸਾਫ ਮਿਲੇਗਾ? ਨਹੀਂ, ਅਦਾਲਤਾਂ ਦੇ ਸਾਨੂੰ ਕੋਈ ਇਨਸਾਫ ਨਹੀਂ। ਮੇਰਾ ਭਰਾ ਗਰੀਬ ਆਦਮੀ ਹੈ, ਕਿਰਾਏ ਤੇ ਮਕਾਨ ਤੇ ਰਹਿੰਦਾ ਵੇ, ਠੀਕ ਹੈ। ਅਸੀਂ ਚਾਹੁੰਦੇ ਹਾਂ ਬਈ ਸੀਸੀਡੀ ਨੂੰ ਸਾਡਾ ਕੇਸ ਦਿੱਤਾ ਜਾਏ। ਸੇਲ ਚੱਠਾ ਸਾਹਿਬ ਜਿਹੜੇ ਨੇ ਆਰਪੀਓ ਸੀਪੀਓ ਸਾਡੇ ਨਾਲ ਇਨਸਾਫ ਕਰਨ, ਆਰਮੀ ਚੀਫ ਕਰੇ, ਅਪੀਲ ਕਰਨੇ ਉਹਨਾਂ ਦੇ ਅੱਗੇ, ਮਰੀਆ ਨਵਾਜ਼ ਅੱਗੇ ਅਪੀਲ ਕਰਨੇ ਆ, ਗੱਲ ਸ਼ਬਾਸ਼ ਸ਼ਰੀਫ ਅੱਗੇ ਕਰਨੇ ਆ। ਪੁਲਿਸ ਨੇ ਮੁਲਜ਼ਮ ਨੂੰ ਫੜ ਲਿੱਤਾ ਹੈ?
ਨਹੀਂ ਸਾਨੂੰ ਨਹੀਂ ਪਤਾ, ਪੁਲਿਸ ਵਾਲੇ ਤਾਵਨ ਸਾਡੇ ਨਾਲ ਕਰਦੇ ਪਏ ਨੇ। ਅੱਛਾ ਅੱਗੇ ਕੁਝ ਦੱਸਿਆ ਨਹੀਂ ਕਿ ਮੁਲਜ਼ਮ ਨੂੰ ਅਸੀਂ ਫੜ ਲਿਆ ਜਾਂ ਫੜ ਲਵਾਂਗੇ? ਨਹੀਂ ਸਾਨੂੰ ਕਹਿੰਦੇ ਫੜ ਲਵਾਂਗੇ, ਸਾਨੂੰ ਆਪ ਟੈਲੀਫੋਨ ਕਰਦੇ ਨੇ। ਮੁਲਜ਼ਮ ਅਜੇ ਤੱਕ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਵੀ। ਕੀ ਚਾਹੁੰਦੇ ਹੋ ਕਿ ਕਿਵੇਂ ਇਨਸਾਫ ਹੋਣਾ ਚਾਹੀਦਾ? ਅਸੀਂ ਕਹਿੰਦੇ ਸੇਲ ਚੱਠਾ ਸਾਹਿਬ ਜਿਹੜੇ ਨੇ ਨਾ, ਉਹ ਕੇਸ ਆਪਣੇ ਕੋਲ ਸੀਸੀਟੀ ਨੂੰ ਦੇਣ, ਸਾਨੂੰ ਉਹ ਇਨਸਾਫ ਦਿਵਾਉਣ। ਬੜੇ ਸੁਣੇ ਨੇ ਇੰਜ ਤੇ ਇੰਜ ਤੇ ਇੰਜ ਤੇ ਇੰਜ। ਸਾਨੂੰ ਜਦੋਂ ਇਨਸਾਫ ਮਿਲਾਂਗਾ ਫਿਰ ਅਸੀਂ ਕਵਾਂਗੇ, ਅਸੀਂ ਸਲੂਟ ਮਾਰਾਂਗੇ ਸੇਲ ਜ਼ਫਰ ਚੱਠਾ ਸਾਹਿਬ। ਕਿ ਤੁਹਾਨੂੰ ਪੂਰੀ ਉਮੀਦ ਹੈਗੀ ਹੈ ਕਿ ਤੁਹਾਡਾ ਅਗਰ ਕੇਸ ਸੀਸੀਡੀ ਦੇ ਹਵਾਲੇ ਕੀਤਾ ਜਾਏ ਤੇ ਇਸ ਮੁਲਜ਼ਮ ਨੂੰ ਉਸੇ ਚੌਕ ਦੇ ਵਿੱਚ ਇਵੇਂ ਹੀ ਸਜ਼ਾ ਦਿੱਤੀ ਜਾਏਗੀ ਜਿਵੇਂ ਤੁਹਾਡੀ ਬੱਚੇ ਨੂੰ ਬੇਗੁਨਾਹ ਨੂੰ ਕਰ। ਜਿਹਨੇ ਜਿਵੇਂ ਸਾਡੀ ਭਤੀਜੀ ਨੂੰ ਤੇ ਭਤੀਜੇ ਨੂੰ ਕਤਲ ਕੀਤਾ ਨਾ ਇਹਨੇ, ਤੇ ਇੰਜ ਹੀ ਇਹਨੂੰ ਕਤਲ ਕੀਤਾ ਜਾਏ ਚੌਂਕ ਦੇ ਵਿੱਚ, ਫਿਰ ਅਸੀਂ ਮੁਤਮਿਨ ਹੋਵਾਂਗੇ, ਨਹੀਂ ਤੇ ਅਸੀਂ ਨਹੀਂ ਮੁਤਮਿਨ। ਤੇ ਆਖਰ ਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਕਿ ਸਾਡੀਆਂ ਬੱਚੀਆਂ ਇਸ ਤਰ੍ਹਾਂ ਜਿਹੜੀ ਮੈਂ ਤੁਹਾਡੀ ਬੱਚੀ ਸਕੂਲ ਜਾਂਦਿਆਂ ਕਤਲ ਕਰ ਦਿੱਤੀ, ਹੁਣ ਤੇ ਸਾਡੀਆਂ ਬੱਚੀਆਂ ਆਪਣੇ ਆਪ ਨੂੰ ਮਹਿਫੂਜ਼ ਸਮਝਦੀਆਂ ਸੀ। ਕਹਿੰਦਾ ਉਸ ਸਕੂਲ ਦੇ ਵਿੱਚ ਰਾਸਾ ਹੋ ਗਿਆ, ਪਰੇਸ਼ਾਨ ਹੋਇਆ, ਪੂਰਾ ਸਕੂਲ ਚ ਪਰੇਸ਼ਾਨ ਹੋ ਗਏ ਨੇ। ਉਧਰ ਸਕੂਲ ਵਾਲਿਆਂ ਨੇ ਛੁੱਟੀ ਦੇ ਛੱਡੀ, ਬਈ ਇਹ ਬੱਚੀ ਨੇ ਸਾਡੇ ਤਾਲਬੇ ਇਲਮ ਨੂੰ ਕੀ ਕਰ ਛੱਡਿਆ ਨੇ। ਸਕੂਲ ਦਾ ਮਾਲਕ, ਬੱਚੇ, ਸਾਰੀ ਦੁਨੀਆ ਇੱਥੇ ਆਈ ਹੋਈ ਸੀ ਅਫਸੋਸ ਦੇ ਵਿੱਚ। नाज़रीन, ये कहानी थी ईमान और अब्दुर्रहमान के साथ होने वाले वाक़या की। हमने बहुत सारी इस तरह के वाक़यात रिपोर्ट किए, आपके सामने रखे कि जो हमारी बहनों बेटियों के साथ इस तरह के उबाश जो दरिंदे हैं वो हरकतें करते हैं, और फिर उनके साथ जो हमारे जो पुलिस जो कानून नाफज करने वाले अदारे हैं वो उनको किस तरह से निशाने इबरत बनाते हैं। लेकिन बड़े अफसोस के साथ ये कहना पड़ रहा है कि गुजरांवाला जैसे शहर में इस तरह का दरिंदा, जिसके बारे में ये बता रहे हैं कि वो माजी में डकैतियाँ कर चुका है, वो रिकॉर्ड याफ्ता मुलज़म है। वो मुलज़म इनकी बच्ची को काफ़ी अरसे से हरासा कर रहा था, रास्ते में आते जाते हुए रोकना, बच्ची को तंग करना, और बिल आखिर जब उन्होंने तंग आकर उसके घर में कंप्लेंट की तो उस मुलज़म ने दोनों बहन भाइयों का थड़ा लगाकर एक को मौत की नींद सुला दिया और दूसरे को बिस्तरे मर्ग पर छोड़ के जो है वो भाग चुका है। अब इनका जो मुतालबा है वो सिर्फ यही है कि सुहेल ज़फ़र चट्ठा साहब जो सीसीडी इस तरह के मुलजमान को मुकम्मल तौर पर निशान इबरत बनाती है, और ऐसे मुलजमान को निशान इबरत भी बनाना चाहिए, तब जाकर हमारी बहनें बेटियां, हमारी बच्चियां जो स्कूल और कॉलेज आते जाते ख़ुद को महफूज तसव्वुर समझेंगी। लेकिन अगर इस तरह का वाक़या या इस मुलज़म को इसके अंजाम तक ना पहुँचाया तो यकीनन आज गुजरांवाला में ये वाक़या हुआ है तो कल किसी और शहर में भी इस तरह का वाक़या पेश आ सकता है। तो इस तरह के मुलज़मान को इसी तरह उसी चौक में लाकर इनको निशान इबरत बनाया जाए, ताकि कोई भी शख्स हमारी बहन बेटी को छेड़ते हुए हज़ार बार अपनी इस इबरतनाक अंजाम को देखकर उसकी रूह तक कांप जाए कि अगर मैंने किसी के साथ इस तरह की हरकत की तो मेरा अंजाम क्या होगा।